ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਘਰ ਤੀਜਾ ਧੂਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਹੋ ਸੰਦੇਸਰੋ ਕਹੀਓ ਪ੍ਰੈ ਕਹੀਓ। ਬੇਸਮ ਭਈ ਮੈਂ ਬਹੁ ਬਿਦ ਸੁਨਤੇ। ਕਹੋ ਸੁਹਾਗਨ ਸਹੀਓ। ਦੇਹੋ ਸੰਦੇਸਰੋ ਕਹੀਓ ਪ੍ਰੈ ਕਹੀਓ। ਬੇਸਮ ਭਈ ਮੈਂ ਬਹੁ ਬਿਦ ਸੁਨਤੇ। ਕਹੋ ਸੁਹਾਗਨ ਸਹੀਓ। ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ। ਕੋ ਕਹਿ ਤੋ ਸਭ ਮਹੀਓ। ਬਾਰਨ ਨਾ ਦੀਸੈ ਚੈਨ ਨਾ ਲਖੀਐ। ਸੁਹਾਗਨ ਸਾਤ ਬੁਝਈਓ। ਸਰਵ ਨਿਵਾਸੀ ਘਟ ਘਟ ਵਾਸੀ। ਲੇਪ ਨਹੀਂ ਅਲਪਈਓ। ਨਾਨਕ ਕਹਿਤ ਸੁਨੋ ਰੇ ਲੋਗਾ। ਸੰਤ ਰਸਨ ਕੋ ਬਸਹੀਓ। ਸਰਬ ਨਿਵਾਸੀ ਘਟ ਘਟ ਵਾਸੀ। ਲੇਪ ਨਹੀਂ ਅਲਪਈਓ। ਨਾਨਕ ਕਹਿਤ ਸੁਨੋ ਰੇ ਲੋਗਾ। ਸੰਤ ਰਸਨ ਕੋ ਵਸਹੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੇ ਅੱਜ ਦੇ ਇਹ ਪਾਵਨ ਅੰਮ੍ਰਿਤਮਈ ਵਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਵੇਲੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਆਪ ਸਮੂਹ ਸਾਧ ਸੰਗਤ ਦੇ ਅਤੇ ਸੰਸਾਰ ਦੀ ਭਲਾਈ ਦੇ ਲਈ, ਮਾਨੁਖ ਜਾਤੀ ਦੇ ਭਲਾਈ ਦੇ ਲਈ ਇਹ ਪਾਵਨ ਅੰਮ੍ਰਿਤਮਈ ਬਚਨ ਜੋ ਪਾਵਨ ਮੁਖਵਾਗ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਹਨ, ਸੋ ਆਪ ਸਮੂਹ ਸਾਧ ਸੰਗਤ ਨੇ ਇਨ੍ਹਾਂ ਪਾਵਨ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਸਾਧ ਸੰਗਤ ਜੀਓ, ਆਓ ਸਾਰੇ ਹੀ ਆਪਾਂ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਸੁਰਤ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲ ਟਿਕਾਉਣ ਦਾ ਯਤਨ ਕਰੀਏ, ਤਾਂ ਕਿ ਸਾਡੀ ਜਿਹੜੀ ਸੁਰਤ ਹੈ ਨਾ ਉਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਜਾਵੇ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਜਦੋਂ ਇਹ ਸੁਰਤ ਗੁਰੂ ਦੇ ਸ਼ਬਦ ਨਾਲ ਮਿਲ ਕੇ ਗੁਰੂ ਚਰਨਾਂ ਦਾ ਓਟ ਆਸਰਾ ਲਵੇਗੀ ਤੇ ਇਹ ਹਕੀਕਤ ਹੈ ਸਾਧ ਸੰਗਤ ਜੀਓ, ਸਾਡਾ ਜੀਵਨ, ਸਾਡੇ ਸਵਾਸ ਸਫਲ ਹੋ ਜਾਣਗੇ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਚਰਨ ਕਮਲ ਕੀ ਆਸ ਪਿਆਰੇ। ਭਲਿਆ ਤੂੰ ਇੱਕ ਵਾਰੀ ਚਰਨਾਂ ਕਮਲਾਂ ਨਾਲ ਜੁੜ ਕੇ ਤਾਂ ਵੇਖ, ਗੁਰੂ ਦੇ ਚਰਨਾਂ ਕਮਲਾਂ ਦਾ ਇੱਕ ਵਾਰੀ ਓਟ ਆਸਰਾ ਤੇ ਲੈ ਕੇ ਵੇਖ। ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾ ਰਹੇ ਨੇ, ਭਾਈ ਜਦੋਂ ਤੂੰ ਗੁਰੂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲਵੇਂਗਾ, ਬਾਣੀ ਨਾਲ ਜੁੜ ਕੇ ਗੁਰੂ ਨੂੰ ਸੁਰਤਮਈ ਯਾਦ ਕਰੇਗਾ, ਗੁਰੂ ਪਾਤਸ਼ਾਹ ਦੀ ਨਾਮ ਦੀ ਉਪਮਾ ਮਹਿਮਾ ਕਰੇਗਾ, ਤੇ ਤੇਰੇ ਜੀਵਨ ਦੇ ਵਿੱਚ ਇਹ ਹਕੀਕਤ ਹੈ ਤਬਦੀਲੀ ਆਉਣੀ ਸ਼ੁਰੂ ਹੋ ਜਾਣੀ ਹੈ। ਸੋ ਗੁਰੂ ਪਾਤਸ਼ਾਹ ਜੀ ਵੀ ਅੱਜ ਸਾਨੂੰ ਇਹਨਾਂ ਪਾਵਨ ਮੁਖ ਵਾਕਾਂ ਦੇ ਵਿੱਚ ਇਹੋ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਭਾਈ ਇਹ ਜਿਹੜੀ ਬਾਣੀ ਹੈ ਨਾ, ਇਹ ਬਾਣੀ ਪਰਮਾਤਮਾ ਦੇ ਬਚਨ ਹਨ, ਪਰਮਾਤਮਾ ਦਾ ਹੁਕਮ ਹੈ। ਇਸ ਪਾਵਨ ਮੁਖਵਾਗ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਸੰਦੇਸ਼ੇ ਦੀ ਗੱਲ ਕੀਤੀ ਹੈ। ਅੱਜ ਕੱਲ ਦਾ ਸਮਾਂ ਤੇ ਬਹੁਤ ਐਡਵਾਂਸ ਹੈ, ਬਹੁਤ ਅੱਗੇ ਵੱਧ ਚੁੱਕਿਆ ਹੈ, ਕਿਉਂਕਿ ਸਾਧ ਸੰਗਤ ਜੋ ਅੱਜ ਕਿਸੇ ਦਾ ਵੀ ਚਿੱਤ ਕਰਦਾ ਹੈ ਤੇ ਅਸੀਂ ਛੇਤੀ ਨਾਲ ਫੋਨ ਚੁੱਕ ਲੈਂਦੇ ਹਾਂ ਤੇ ਕੰਨ ਨੂੰ ਲਾ ਲੈਂਦੇ ਹਾਂ, ਗੱਲਬਾਤ ਹੋ ਜਾਂਦੀ ਹੈ। ਇੱਥੋਂ ਤੱਕ ਕਿ ਵੀਡੀਓ ਕਾਲ ਵੀ ਕੀਤੇ ਆ, ਇੱਕ ਦੂਸਰੇ ਨੂੰ ਵੇਖ ਸਕਦੇ ਹਾਂ। ਲੇਕਿਨ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਭਾਈ ਜੇ ਤੂੰ ਪ੍ਰਭੂ ਨਾਲ ਗੱਲਾਂ ਕਰਨੀਆਂ ਹਨ, ਪ੍ਰਭੂ ਨੂੰ ਇੰਜ ਵੇਖਣਾ ਹੈ, ਤੇ ਫਿਰ ਉਸ ਦੇ ਲਈ ਤੈਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਕੋਈ ਨਾ ਕੋਈ ਤੇ ਜਰੀਆ ਬਣਾਉਣਾ ਹੀ ਪਵੇਗਾ, ਜਿਸ ਜਰੀਏ ਕਰਕੇ ਅਸੀਂ ਉਸ ਮਾਲਿਕ ਤੱਕ ਪੁੱਜ ਸਕਦੇ ਹਾਂ। ਸੋ ਸਾਧ ਸੰਗਤ ਜੋ, ਆਓ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਜੁੜੀਏ। ਇਹ ਪਾਵਨ ਬਚਨ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 700 ਅੰਗ ਤੇ ਸੁਭਾਏਮਾਨ ਹਨ ਜੀ। ਇੱਕ ਵਾਰੀ ਸਾਰੇ ਹੀ ਰਸਨਾ ਨੂੰ ਕਰੀਏ ਜੀ ਪਵਿੱਤਰ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਤਸਰੀ ਮਹੱਲਾ ਪੰਜਵਾਂ। ਘਰ ਤੀਜਾ ਧੂਪ ਦੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਜੈਤਸਰੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ, ਪੰਜਵੀਂ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਨ੍ਹਾਂ ਪਾਵਨ ਮੁਖ ਵਾਕਾਂ ਨੂੰ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦਿਆਂ ਹੋਇਆਂ ਕਲਯੁਗੀ ਜੀਵਾਂ ਨੂੰ ਉਪਦੇਸ਼ ਰਾਹੀਂ ਸਮਝਾ ਰਹੇ ਹਨ। ਘਰ ਤੀਜਾ, ਤੀਸਰੇ ਘਰ ਦੇ ਵਿੱਚ ਗਾਉਣ ਦੀ ਇਜਾਜ਼ਤ ਕੀਤੀ ਗਈ ਹੈ। ਦੋ ਪਦੇ ਦਾ ਭਾਵ
ਜਿਵੇਂ ਇਸ ਪਾਵਨ ਮੁਖਵਾਕ ਦੇ ਦੋ ਬੰਦ ਹਨ, ਉਹਨਾਂ ਨੂੰ ਮੁੱਖ ਰੱਖਦਿਆਂ ਗੁਰੂ ਪਾਤਸ਼ਾਹ ਜੀ ਦੋ ਪਦੇ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਉਸ ਮਾਲਕ, ਉਸ ਪਰਮਾਤਮਾ ਦੀ ਮਹਿਮਾ ਨੂੰ ਦਰਸਾਉਂਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਉਹ ਮੇਰਾ ਮਾਲਕ, ਉਹ ਪਰਮਾਤਮਾ, ਉਹ ਵਾਹਿਗੁਰੂ ਕਰਤਾਰ ਪੁਰਖ ਇੱਕ ਹੈ। ਉਸ ਦੇ ਨਾਮ ਅਨੇਕ ਹੋ ਸਕਦੇ ਹਨ, ਉਸ ਦੀਆਂ ਜੋਤਾਂ ਅਨੇਕਾਂ ਹੋ ਸਕਦੀਆਂ ਹਨ, ਉਸ ਦੇ ਰੂਪ ਬੇਅੰਤ ਹੋ ਸਕਦੇ ਹਨ। ਲੇਕਿਨ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਫਿਰ ਵੀ ਉਹ ਇੱਕ ਹੈ। ਤੇ ਜਿਹੜੇ ਜੀਵ ਇੱਕ ਨਾਲ ਜੁੜ ਜਾਂਦੇ ਹਨ, ਉਹ ਸਾਧ ਸੰਗਤ ਜੋ ਹਮੇਸ਼ਾ ਹੀ ਜੀਵਨ ਵਿੱਚ ਖੁਸ਼ੀਆਂ ਹੀ ਮਾਣਦੇ ਹਨ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਭਾਈ ਜੇ ਅਸੀਂ ਉਸ ਇੱਕ ਮਾਲਕ ਨਾਲ ਜੁੜਨਾ ਹੈ ਤੇ ਉਸ ਦੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ, ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਕਿੰਨੀਆਂ ਬਖਸ਼ਿਸ਼ਾਂ ਗੁਰੂ ਪਾਤਸ਼ਾਹ ਜੀ ਨੇ ਕਰ ਦਿੱਤੀਆਂ, ਕਿੰਨੀਆਂ ਦਾਤਾਂ ਆਪਣੇ ਗੁਰਸਿੱਖਾਂ ਦੀਆਂ ਝੋਲੀ ਪਾ ਦਿੱਤੀਆਂ। ਤੂੰ ਇੱਕ ਵਾਰੀ ਗੁਰੂ ਦੀ ਸ਼ਰਨ ਵਿੱਚ ਆ ਕੇ ਤਾਂ ਵੇਖ। ਸਰੀਰ ਕਰਕੇ ਸ਼ਾਇਦ ਅਸੀਂ ਨਿੱਤ ਹੀ ਆਈਏ, ਸਰੀਰ ਕਰਕੇ ਕਈ ਵਾਰੀ ਅਸੀਂ ਦੋ ਵਾਰੀ ਵੀ ਗੁਰੂ ਘਰ ਹਾਜ਼ਰੀ ਭਰ ਲੈਂਦੇ ਹਾਂ, ਲੇਕਿਨ ਲੋੜ ਹੈ ਮਨ ਦੀ ਹਾਜ਼ਰੀ ਕਦੋਂ ਲੱਗੇਗੀ? ਮਨ ਦੀ ਹਾਜ਼ਰੀ ਉਦੋਂ ਪ੍ਰਵਾਨ ਹੋਵੇਗੀ ਜਦੋਂ ਤੂੰ ਸੱਚਮੁੱਚ ਹੀ ਮਨ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇਂਗਾ। ਤਨ ਕਰਕੇ ਤਾਂ ਅਸੀਂ ਕਈ ਵਾਰੀ ਦਿਨ ਵਿੱਚ ਆ ਜਾਂਦੇ ਹਾਂ ਗੁਰੂ ਘਰ, ਲੇਕਿਨ ਜਦੋਂ ਤੱਕ ਸਾਡੇ ਮਨ ਨੇ ਗੁਰੂ ਨਾਲ ਸਾਂਝ ਨਹੀਂ ਕੀਤੀ ਤੇ ਸਾਧ ਸੰਗ ਜੋ ਆਉਣ ਦਾ ਕੋਈ ਲਾਭ ਹੀ ਨਹੀਂ ਹੋਇਆ। ਸਾਰੀ ਗੱਲ ਤੇ ਮਨ ਤੇ ਖਤਮ ਹੁੰਦੀ ਹੈ। ਪਾਤਸ਼ਾਹ ਜੀ ਦੇ ਪਾਵਨ ਬਚਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੁੱਲ ਪਛਾਣ। ਹੁਣ ਕਿਹੜੇ ਮੁੱਲ ਦੀ ਗੱਲ ਕਰਦੇ ਹਨ ਗੁਰੂ ਪਾਤਸ਼ਾਹ? ਕਦੇ ਅਸੀਂ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਤਾਂ ਵੇਖ ਲਈਏ ਕਿ ਅਸੀਂ ਲੋਕਾਂ ਦੀ ਵਾਹ ਸੁਣਨ ਦੇ ਲਈ ਤੇ ਇੰਨਾ ਕੁਝ ਮਾਇਆ ਦੇ ਅਡੰਬਰ ਕਰੀ ਜਾ ਰਹੇ ਹਾਂ, ਲੇਕਿਨ ਕਦੇ ਇਸ ਮਨ ਨੂੰ ਸਵਾਰਨ ਦਾ ਕੋਈ ਅਡੰਬਰ, ਅਸੀਂ ਕੋਈ ਇਹੋ ਜਿਹਾ ਕਰਮ ਕੀਤਾ ਹੈ ਜਿਸ ਨਾਲ ਇਹ ਮਨ ਸੋਹਣਾ ਹੋ ਸਕੇ, ਮਨ ਦੀ ਜਿਹੜੀ ਅੰਦਰ ਦੀ ਮੈਲ ਹੈ ਉਹ ਲੱਥ ਸਕੇ? ਇਹ ਤਾਂ ਹੋ ਸਕਦਾ ਹੈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ, ਜਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ, ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਮਨ ਕਰਕੇ ਸਿੱਖਾ ਆ ਕੇ ਵੇਖ, ਤੈਨੂੰ ਗੁਰੂ ਦੇ ਦਰ ਤੋਂ ਸੁੱਖ ਵੀ ਮਿਲ ਜਾਣਗੇ, ਆਨੰਦ ਵੀ ਮਿਲ ਜਾਵੇਗਾ, ਤੈਨੂੰ ਗੁਰੂ ਦੇ ਦਰ ਤੋਂ ਸੋਭਾ ਵੀ ਪ੍ਰਾਪਤ ਹੋਵੇਗੀ। ਲੇਕਿਨ ਇਹ ਸਾਰਾ ਕੁਝ ਤਾਂ ਹੋਵੇਗਾ ਜਦੋਂ ਤੂੰ ਇੱਕ ਨੂੰ ਮੁੱਖ ਰੱਖ ਕੇ ਇੱਕ ਗੁਰੂ ਦੇ ਹੁਕਮ ਨੂੰ ਮਨ ਕਰਕੇ ਮੰਨ ਲਵੇਂਗਾ ਤੇ ਮਨ ਕਰਕੇ ਗੁਰੂ ਦੇ ਚਰਨਾਂ ਕਮਲਾਂ ਨੂੰ ਹਿਰਦੇ ਰੂਪੀ ਘਰ ਵਿੱਚ ਟਿਕਾ ਲਵੇਂਗਾ ਤੇ ਪੁਰਖਾ ਤੇਰੀ ਹਾਜ਼ਰੀ ਜਿਹੜੀ ਹੈ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗੀ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਮਝਾ ਰਹੇ ਨੇ, ਭਾਈ ਉਹ ਇੱਕ ਹੈ, ਉਸ ਨੂੰ ਜੇ ਮਿਲਣਾ ਹੈ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ ਪਵੇਗਾ, ਗੁਰੂ ਪਾਤਸ਼ਾਹ ਦੀ ਚਰਨਾਂ ਕਮਲ ਦਾ ਓਟ ਆਸਰਾ ਲੈਣਾ ਪਵੇਗਾ। ਦੇਹੋ ਸੰਦੇਸਰੋ ਕਹੀਓ ਪ੍ਰੈ ਕਹੀਓ, ਬੇਸਮ ਭਈ ਮੈਂ ਬਹੁ ਬਿਦ ਸੁਣਤੇ, ਕਹੋ ਸੁਹਾਗਨ ਸਹੀਓ। ਇੱਥੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਹੇ ਗੁਰੂ ਦੇ ਸਿੱਖੋ, ਹੇ ਸੁਹਾਗਵੰਤੀ ਸਹੇਲੀਓ, ਕਿਉਂਕਿ ਅਸੀਂ ਸਾਰੇ ਜੀਵ ਇਸਤਰੀ ਹਾਂ, ਸਾਡਾ ਪਤੀ ਪਰਮੇਸ਼ਰ ਉਹ ਪਰਮਾਤਮਾ ਹੈ
ਉਹ ਸਾਰਿਆਂ ਦਾ ਮਾਲਕ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੇ ਮੇਰੇ ਗੁਰਸਿੱਖੋ, ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸੁਨੇਹਾ ਦੇਵੋ, ਦੱਸੋ। ਮੈਂ ਉਸ ਪਿਆਰੇ ਦੀ ਬਾਬਤ ਭਾਵ ਕਈ ਕਿਸਮਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੀ ਹਾਂ। ਇਹ ਜਿਹੜੀ ਜੀਵ ਆਤਮਾ ਹੈ ਨਾ, ਇਹ ਗੁਰੂ ਦੇ ਚਰਨਾਂ ਵਿੱਚ ਆ ਕੇ ਇਹੋ ਜਿਹੀ ਅਰਦਾਸ ਬੇਨਤੀ ਕਰ ਰਹੀ ਹੈ ਕਿ ਹੇ ਮੇਰੇ ਮਾਲਕ, ਮੈਨੂੰ ਇੰਜ ਦੱਸੋ ਕਿ ਮੈਂ ਲੋਕਾਂ ਦੀਆਂ ਭਾਂਤ ਦੀਆਂ ਗੱਲਾਂ ਸੁਣ ਕੇ ਅੱਕ ਗਈ ਹਾਂ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ। हे ਮੇਰੇ ਮਾਲਕ, ਮੇਰੀ ਇਹ ਅਰਦਾਸ, ਇਹ ਬੇਨਤੀ ਹੈ ਆਪ ਜੀ ਦੇ ਦਰ ਤੇ, ਮੈਨੂੰ ਇਹੋ ਜਿਹਾ ਸੰਦੇਸ਼ਾ, ਇਹੋ ਜਿਹਾ ਜਿਹੜਾ ਆਪ ਜੀ ਦਾ ਕੋਈ ਹੁਕਮ ਦੇਣ ਵਾਲਾ ਹੈ ਉਹ ਦੱਸੋ। ਲੋਕਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਕਹਾਣੀਆਂ ਹਨ, ਅਨੇਕਾਂ ਤਰ੍ਹਾਂ ਦੀਆਂ ਗੱਲਾਂ ਹਨ। ਬਿਸਮ ਭਈ ਮੈਂ ਬਹੁ ਬਿਧ ਸੁਨਤੇ, ਕਹੋ ਸੁਹਾਗਨ ਸਈਓ। ਹੇ ਗੁਰਸਿੱਖੋ, ਗੁਰੂ ਦੇ ਪਿਆਰ ਵਾਲੇ ਸੰਤ ਭਗਤ ਜਨੋ, ਮੈਨੂੰ ਵੀ ਉਹ ਸੰਦੇਸ਼ਾ, ਉਹ ਹਕੀਕਤ ਦੱਸੋ ਕਿ ਉਹ ਪਰਮਾਤਮਾ ਕਿੱਦਾਂ ਪ੍ਰਾਪਤ ਹੋ ਸਕਦਾ ਹੈ। ਇਸ ਪਾਵਨ ਮੁਖਵਾਕ ਦੀ ਇਹ ਬੰਦ ਦੀਆਂ ਤੁਕਾਂ ਹਨ, ਰਾਹੋ ਦੀਆਂ ਤੁਕਾਂ ਹਨ ਜੀ। ਰਾਹਾਓ को कह तो सब बाहर बाहर, को कह तो सब महियो, बारन ना दीसै चैन ना लखिए, सुहागन साहत बुझहियो। ये जिहड़ी मन दी मेरी लालसा है, ਜਿਹੜੀ ਮੇਰੇ ਮਨ ਦੇ ਅੰਦਰ ਅਗਨ ਹੈ, ਇਹ ਕੌਣ ਬੁਝਾ ਸਕਦਾ ਹੈ? ਗੁਰੂ ਦਾ ਸ਼ਬਦ। ਇਹ ਬਾਣੀ ਸਾਰੀ ਧੁਰੋਂ ਆਈ ਹੈ, ਬਾਣੀ ਪਰਮਾਤਮਾ ਦੇ ਬਚਨ ਹਨ। ਗੁਰੂਆਂ ਨੇ ਇਸ ਬਾਣੀ ਨੂੰ ਸੰਸਾਰ ਵਿੱਚ ਲਿਆਂਦਾ ਹੈ, ਲੇਕਿਨ ਬੋਲ ਪਾਤਸ਼ਾਹ ਨਿਰੰਕਾਰ ਦੇ ਹਨ। ਉਹ ਜੀਵ ਆਤਮਾ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੀ ਹੈ, ਮੇਰੇ ਮਾਲਕ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਬਰ ਨਾ ਦੀਸੈ ਚੈਨ ਨਾ ਲਖੀਐ, ਸੁਹਾਗਨ ਸਾਥ ਬੁਝਈਓ। ਇੱਥੇ ਸਵਾਲ ਬਣਦਾ ਹੈ ਕਿ ਕੋਈ ਆਖਦਾ ਹੈ ਉਹ ਸਭਨਾਂ ਤੋਂ ਬਾਹਰ ਹੀ ਵਸਦਾ ਹੈ, ਅਤੇ ਕੋਈ ਆਖਦਾ ਹੈ ਉਹ ਸਭਨਾਂ ਦੇ ਵਿੱਚ ਵਸਦਾ ਹੈ। ਉਸ ਦਾ ਰੰਗ ਨਹੀਂ ਦਿਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਹਾਗਣ, ਹੇ ਮੇਰੇ ਮਿੱਤਰੋ, ਜਿਹੜੇ ਆਪ ਜੀ ਪਰਮਾਤਮਾ ਦੇ ਨਾਲ ਜੁੜੇ ਹੋਏ ਹੋ, ਮੈਨੂੰ ਵੀ ਉਹ ਜਿਹੜਾ ਰਾਹ ਹੈ ਪਰਮਾਤਮਾ ਦੇ ਦਰ ਦਾ, ਉਹ ਮੈਨੂੰ ਵੀ ਦੱਸੋ, ਤਾਂ ਕਿ ਮੈਂ ਵੀ ਉਸ ਰਾਹ ਤੇ ਚੱਲ ਕੇ ਪਰਮਾਤਮਾ ਨੂੰ ਪਾ ਸਕਦੀ ਹਾਂ। ਸਾਧ ਸੰਗਤ ਜੋ ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜੀ ਦੋਨੇ ਹੀ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਹਨ, ਦੋਨੇ ਪਰਮਾਤਮਾ ਨੂੰ ਚੇਤੇ ਕਰਦੇ ਹਨ। ਲੇਕਿਨ ਸਾਧ ਸੰਗਤ ਜੋ ਨਾਮਦੇਵ ਜੀ ਪਰਮਾਤਮਾ ਦਾ ਦੀਦਾਰ ਵੀ ਕਰਦੇ ਹਨ, ਪਰਮਾਤਮਾ ਨਾਲ ਉਹਨਾਂ ਦੀ ਸਾਂਝ ਵੀ ਬਣੀ ਹੋਈ ਹੈ। ਲੇਕਿਨ ਭਗਤ ਤਰਲੋਚਨ ਜੀ, ਜਿਹੜੇ ਕਿ ਭਗਤ ਨਾਮਦੇਵ ਜੀ ਨਾਲੋਂ ਜ਼ਿਆਦਾ ਭਜਨ ਬੰਦਗੀ ਕਰਦੇ ਹਨ, ਜ਼ਿਆਦਾ ਸਿਮਰਨ ਕਰਦੇ ਹਨ, ਤਰਲੋਚਨ ਜੀ ਨਾਮਦੇਵ ਜੀ ਨੂੰ ਆਖਦੇ ਹਨ, ਨਾਮਦੇਵ ਜੀ, ਮੈਂ ਤੁਹਾਡੇ ਨਾਲੋਂ ਜ਼ਿਆਦਾ ਭਜਨ ਬੰਦਗੀ ਵੀ ਕਰਦਾ ਹਾਂ, ਜ਼ਿਆਦਾ ਉਸ ਮਾਲਕ ਨੂੰ ਸਿਮਰਦਾ ਵੀ ਹਾਂ। ਲੇਕਿਨ ਤੁਹਾਨੂੰ ਮੈਂ ਪੁੱਛਦਾ ਹਾਂ ਤੇ ਤੁਸੀਂ ਕਹਿੰਦੇ ਹੋ ਮੈਨੂੰ ਪਰਮਾਤਮਾ ਹਰ ਇੱਕ ਵਿੱਚ ਮੌਜੂਦ ਦਿਸਦਾ ਹੈ, ਮੈਂ ਪਰਮਾਤਮਾ ਨਾਲ ਗੱਲਾਂ ਕਰਦਾ, ਮੈਂ ਪਰਮਾਤਮਾ ਦੀ ਗੋਦ ਵਿੱਚ ਬੈਠਦਾ, ਮੇਰੇ ਵਿੱਚ ਕਿਹੜੀ ਘਾਟ ਹੈ?
ਤੁਸੀਂ ਸਾਰੀ ਦਿਹਾੜੀ ਕੰਮਕਾਰ ਕਰਦੇ हो, लेकिन फिर भी ਤੁਸੀਂ परमात्मा ਨੂੰ ਪਾ ਲਿਆ। मैं क्यों परमात्मा तो दूर हाँ? मेरी भी ये अरदास बेनती परमात्मा ਨੂੰ करो कि मैनू परमात्मा जी दर्शन क्यों नहीं देंदे। दर्शन देख जिवा गुर तेरा पूर्ण कर्म होवे प्रभ मेरा। मैनू क्यों परमात्मा दे दर्शन नहीं होंदे। भगत नामदेव जी जदों अमृत वेला होया परमात्मा जी नाल पुछना करते हैं कि हे मेरे मालिक, तरलोचन ते मेरे नालों भी ज़्यादा भजन बंदगी करता है, हर वेले आप जी दे नाम नाल जुड़िया रहिंदा है, फिर आप जी उन्हां नूं दर्शन क्यों नहीं दिंदे। मेरी बांदी भगत छुड़ावे बांधे भगत ना छूटै मोही। परमात्मा जी आखदे ने भाई हाले उस तरलोचन दे अंदर ना मैं है होमे है। जदों ओ मैं जदों होमे खत्म हो जाएगी मैं अपने आप उसनूं दर्शन दे देवांगा। साध संग जो भगत नामदेव जी की बाणी भी गुरु ग्रंथ साहिब महाराज जी दे विच अंकित है। भगत तरलोचन की भी बाणी गुरु ग्रंथ साहिब महाराज दे विच अंकित है। लेकिन एक दूसरे नूं दोनों गल्लां करदे हन। जदों भगत नामदेव जी ने दसिया ते साध संग जो वो जिहड़ी होमै सी मैं वो सारी खत्म हो गई। ते फिर की होया, परमात्मा ने आप दर्शन आप दीदार बख्श दिता। सो इत्थे गुरु पातशाह जी गुरु अर्जन देव जी महाराज जी फरमान करते हैं, भाई को कह तो सब बाहर बाहर, को कह तो सब मईयो, बरना दिसै चैन ना लखीए, सुहागन सात बुझइयो। हे भगत जनो, मेरे अंदर दी जेड़ी अगन है वो बुझावो, वो मैनू सच्चा मार्ग दसो कि तुसी मैनू सच्ची गल समझावो कि परमात्मा किमें प्राप्त किया जा सकता है, परमात्मा नू किमें मिलिया जा सकता है। सर्ब निवासी घट घट वासी, लेप नहीं अल्पहियो, नानक कहत सुनो रे लोगा, संत रसन को बसहियो। धन धन साहिब श्री गुरु अर्जन देव जी महाराज बड़े सतगुरु गुरु नानक पातशाह जी दे नाम दी मोहर ला के सानू समझा रहे न। नानक आखदे हन, हे लोको सुनो, ओ परमात्मा सारियां विच निवास रखण वाला है। पातशाह जी ने पर्दा चुक दिता ते सानू समझा रहे ने, भाई ओ परमात्मा सारियां विच निवास रखदा है, सारियां विच वसदा है, हर एक शरीर विच वसन वाला है। फिर भी उसनू माया दा रता भी लेप नहीं है। ओ प्रभु संत जना दी जीबा उत्ते वसदा है। संत जन हर वेले उसदा नाम जपदे हन ते परमात्मा दी भजन बंदगी करदे हन। तू भी गुरु दी सत संगत विच आके जुड़ के तां वेख, गुरु शब्द दा आनंद मान के तां वेख, साध संगत विच बह के फिर तेरे जिहड़े अंदर दे भरम भुलेखियां दे पड़दे पए होए हन वो सारे खत्म हो जाणगे। फिर तैनू परमात्मा अपने आप सामने हर एक जीव विच दिसण लग पवेगा। सो साध संगत जो गुरु पातशाह जी इहो सानू समझा रहे हैं, असी साध संगत विच आके गुरु शब्द नाल जुड़िए, गुरु शब्द नू मन करके ते आइए, ताइयों साडा संसार विच आया जीवन सफला हो सकता है जी। आओ सारे ही लास्ट पंक्तियां दा जाप करिए जी। सर्ब निवासी घट घट वासी, लेप नहीं अल्पहियो, नानक कहत सुनो रे लोगा, संत रसन को वसहियो।
ਸੋ ਸਾਧ ਸੰਗਤ ਜੀਓ, ਜੇ ਕਿਸੇ ਕੋਈ ਮਾਈ ਭਾਈ ਦਾ ਚੰਗਾ ਸੁਝਾਅ ਹੋਵੇ ਜੋ ਦਾਸ ਨਾਲ ਸਾਂਝ ਕਰਨੀ ਚਾਹੁੰਦੇ ਹੋਵਣ ਤਾਂ ਦਾਸ ਦਾ ਇੰਡੀਆ ਦਾ ਨੰਬਰ ਹੈ ਜੀ, ਆਪ ਜੀ ਨੋਟ ਕਰ ਸਕਦੇ ਹੋ 8750 10 63 75। ਆਪ ਜੀ ਇਸ ਨੰਬਰ ਤੇ ਦਾਸ ਨਾਲ ਸੰਪਰਕ ਕਰ ਸਕਦੇ ਹੋ। ਜੋ ਵੀ ਆਪ ਜੀ ਦਾ ਕੋਈ ਸੁਝਾਅ ਹੋਵੇ ਸੋ ਆਪ ਜੀ ਦਾਸ ਨਾਲ ਸਾਂਝ ਕਰ ਸਕਦੇ ਹੋ। ਆਪ ਜੀ ਦੇ ਫੋਨ ਆਉਂਦੇ ਹਨ, ਕਈ ਵਾਰੀ ਦਾਸ ਨੂੰ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਆਪ ਜੀ ਨਾਲ ਗੱਲਬਾਤ ਕਰਕੇ। ਸੋ ਸਾਧ ਸੰਗਤ ਜੀਓ, ਕਿਸੇ ਵੀ ਕੋਈ ਮਾਈ ਭਾਈ ਦਾ ਚੰਗਾ ਸੁਝਾਅ ਹੋਵੇ ਦਾਸ ਨਾਲ ਆਪ ਜੀ ਜ਼ਰੂਰ ਸਾਂਝ ਕਰ ਸਕਦੇ ਹੋ, ਜਾਂ ਚੱਕਦੇ ਟੀਵੀ ਦੀ ਵੈਬਸਾਈਟ ਤੇ ਵੀ ਆਪ ਜੀ ਦਾਸ ਨਾਲ ਸਾਂਝ ਕਰ ਸਕਦੇ ਹੋ ਜੀ। ਦਾਸਾਂ ਪਾਸਿਓਂ ਪਾਵਨ ਮੁਖਵਾਕ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ। ਸੋ ਆਓ ਸਾਰੇ ਹੀ ਕਰੀਏ ਰਸਨਾ ਨੂੰ ਪਵਿੱਤਰ, ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।